ਗੱਲਾਂ ਤੁਹਾਨੂੰ ਬਹੁਤ ਪ੍ਰੇਰਿਤ ਕਰਦੀਆਂ ਨੇ। ਇੰਝ ਹੀ ਰੁਪਿੰਦਰ ਸੰਧੂ ਹੋਣਾ ਦੀ ਇੱਕ ਕਹਾਣੀ ਨੇ ਮੈਨੂੰ ਆਪਣੀ ਹੱਡ ਬੀਤੀ ਲਿਖਣ ਲਈ ਪ੍ਰੇਰਿਤ ਕੀਤਾ। ਇਸ ਕਹਾਣੀ ਦਾ ਨਾਮ ਮੈਂ ਆਖਰੀ ਅਲਵਿਦਾ ਰੱਖਿਆ। ਮੇਰੇ ਬਾਪੂ ਹੋਣੀ 5 ਭਰਾ ਸੀ। ਜਦੋਂ ਮੈਂ ਨਿਆਣਾ ਸੀ ਅਸੀਂ ਸਾਰੇ ਪਿੰਡ ਦੀ ਫਿਰਨੀ ਤੋਂ ਪਰੇ ਇਕੱਠੇ ਰਹਿੰਦੇ ਸੀ। ਮੈਨੂੰ ਉਹਨਾਂ ਸਭ ਦਾ ਬਹੁਤ ਮੋਹ ਸੀ। ਉਹਨਾਂ ਭਰਾਵਾਂ 'ਚੋਂ ਹੀ ਇੱਕ ਭਰਾ ਸੀ ਜਿਸ ਨੂੰ ਅਸੀਂ ਸਾਰੇ ਪਾਪਾ ਜੀ ਆਖਦੇ ਸੀ। ਪਾਪਾ ਜੀ ਦਾ ਨਾਮ ਜਰਨੈਲ ਸਿੰਘ ਸੀ। ਅੱਜ ਤੋਂ ਕਰੀਬ 3 ਕੁ ਮਹੀਨੇ ਪਹਿਲਾਂ ਇੱਕ ਰਾਤ ਮੈਨੂੰ ਮੇਰੀ ਮਾਂ ਦਾ ਫੋਨ ਆਇਆ ਅਤੇ ਉਹਨੇ ਕਿਹਾ ਕਿ ਤੁਹਾਡੇ ਪਾਪਾ ਜੀ ਪੂਰੇ ਹੋ ਗਏ। ਇਹ ਸੁਣ ਕੇ ਮੇਰਾ ਮਨ ਬਹੁਤ ਉਦਾਸ ਹੋਇਆ। ਪਾਪਾ ਜੀ ਤਕਰੀਬਨ 2 ਸਾਲਾਂ ਤੋਂ ਹੀ ਬਿਮਾਰੀਆਂ ਨਾਲ ਲੜ ਰਹੇ ਸੀ। ਜਦ ਮੈਂ ਨਿਆਣਾ ਸੀ ਤਾਂ ਸਾਡੇ ਜੱਦੀ ਘਰ 'ਚ ਅਸੀਂ ਬਹੁਤ ਖੇਡਦੇ। ਮੈਨੂੰ ਆਪਣੀ ਪੜਦਾਦੀ ਦਾ ਸਾਥ ਵੀ ਚੇਤੇ ਆਉਂਦਾ ਹੈ। ਕਿਵੇਂ ਉਹਨਾਂ ਨੇ ਬੂਹੇ ਮੂਹਰੇ ਲੱਗੀ ਬੇਰੀ ਹੇਠ ਮੰਜਾ ਡਾਹ ਕੇ ਬੈਠੇ ਰਹਿਣਾ ਅਤੇ ਅਸੀਂ ਤਾਏ ਚਾਚੇ ਦੇ ਨਿਆਣਿਆਂ ਨੇ ਉਹਨਾਂ ਨੇੜੇ ਭੱਜਦੇ ਖੇਡਦੇ ਫਿਰਨਾ। ਪਾਪਾ ਜੀ ਦੇ ਕੋਈ ਔਲਾਦ ਨਹੀਂ ਸੀ ਅਤੇ ਉਹਨਾਂ ਦੀ ਘਰਵਾਲੀ ਤਾਈ ਮਨਪ੍ਰੀਤ, ਜਿਹਨੂੰ ਅਸੀਂ ਸਾਰੇ ਆਂਟੀ ਆਖਦੇ ਸੀ, ਬੜੀ ਪਿਆਰੀ ਸੀ। ਮੈਂ ਅਕਸਰ ਉਹਨਾਂ ਦੇ ਕਮਰੇ ਚਲੇ ਜਾਣਾ ਅਤੇ ਕਈ ਘੰਟੇ ਗੱਲਾਂ ਮਾਰਦੇ ਰਹਿਣਾ। ਮੈਨੂੰ ਇਉਂ ਲੱਗਦਾ ਜਿਵੇਂ ਉਹ ਮੇਰੀ ਸਹੇਲੀ ਹੋਵੇ। ਕਦੇ ਲੱਗਿਆ ਹੀ ਨਹੀਂ ਸੀ ਕਿ ਤਾਈ ਮਨਪ੍ਰੀਤ ਸਾਡੇ ਤੋਂ ਉਮਰ ਵਿੱਚ ਇੰਨੀ ਵੱਡੀ ਹੈ। ਮੈਨੂੰ ਹੁਣ ਵੀ ਲੱਗਦਾ ਹੁੰਦਾ ਕਿ ਸ਼ਾਇਦ ਉਹ ਮੋਹ ਜਿਹੜਾ ਉਹ ਆਪਣੇ ਨਿਆਣਿਆਂ ਨੂੰ ਨਹੀਂ ਦੇ ਸਕੀ, ਉਹ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਦਿੰਦੀ। ਕਿਉਂਕਿ ਔਲਾਦ ਨਾ ਹੋਣ ਦੀ ਪੀੜ ਮੈਂ ਹਮੇਸ਼ਾ ਆਂਟੀ ਦੇ ਚਿਹਰੇ 'ਤੇ ਦੇਖੀ। ਮੈਨੂੰ ਯਾਦ ਹੈ ਕਿ ਜਦ ਅਸੀਂ ਖੇਡਦੇ ਹੁੰਦੇ ਸੀ ਤਾਂ ਆਂਟੀ ਨੇ ਸਾਨੂੰ ਸਾਰਿਆਂ ਨੂੰ ਕਿੰਨੀਆਂ ਹੀ ਟੌਫੀਆਂ ਅਤੇ ਹੋਰ ਚੀਜ਼ਾਂ ਦੇਣੀਆਂ ਅਤੇ ਆਖਣਾ, ਇਹ ਤੁਹਾਡੇ ਤਾਇਆ ਜੀ ਤੋਂ ਮੈਂ ਖਾਸ ਕਰਕੇ ਤੁਹਾਡੇ ਲਈ ਮੰਗਵਾਈਆਂ ਨੇ। ਫਿਰ ਅੱਜ ਤੋਂ 11 ਸਾਲ ਪਹਿਲਾਂ 5 ਭਾਈ ਅੱਡ ਹੋ ਗਏ। 5 ਨੇ ਘਰ ਤਾਂ ਵੱਡੇ ਬਣਾ ਲਏ, ਪਰ ਮੈਨੂੰ ਇੰਝ ਲੱਗਣਾ ਕਿ ਉਹਨਾਂ ਦਾ ਮੋਹ ਘਟਦਾ ਹੀ ਜਾ ਰਿਹਾ ਹੋਵੇ। ਫਿਰ ਵੀ ਮੈਨੂੰ ਆਂਟੀ ਤੇ ਪਾਪਾ ਜੀ ਦੇ ਘਰ ਜਾ ਕੇ ਅੰਤਾਂ ਦਾ ਸਕੂਨ ਮਿਲਣਾ। ਨਵੇਂ ਘਰ ਆਉਣ ਤੋਂ ਬਾਅਦ ਵੀ ਮੈਂ ਤੇ ਮੇਰੀ ਛੋਟੀ ਭੈਣ ਸਮਰੀਨ ਉਹਨਾਂ ਕੋਲ ਕਿੰਨੇ ਘੰਟੇ ਬੈਠੇ ਗੱਲਾਂ ਮਾਰਦੇ ਰਹਿੰਦੇ। ਅਤੇ ਪਾਪਾ ਜੀ ਜੇ ਘਰੇ ਨਾ ਹੁੰਦੇ ਜਾਂ ਖੇਤ ਗਏ ਹੁੰਦੇ, ਆਂਟੀ ਨੇ ਸਾਨੂੰ ਕਹਿਣਾ, ਥੋੜ੍ਹੀ ਦੇਰ ਹੋਰ ਖੇਡ ਲਓ, ਤੁਹਾਡੇ ਪਾਪਾ ਜੀ ਆਉਣ ਵਾਲੇ ਹੀ ਹੋਣਗੇ। ਸਾਨੂੰ ਪਾਪਾ ਜੀ ਤੋਂ ਡਰ ਵੀ ਲੱਗਦਾ ਹੁੰਦਾ ਸੀ ਕਿਉਂਕਿ ਉਹ ਥੋੜ੍ਹੇ ਸਖਤ ਸੁਭਾਅ ਦੇ ਸਨ, ਪਰ ਉਹ ਸਾਨੂੰ ਲਾਡ ਵੀ ਬਹੁਤ ਲਡਾਉਂਦੇ। ਜਦ ਵੀ ਅਸੀਂ ਆਂਟੀ ਕੋਲ ਜਾਣਾ ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਉਹਨਾਂ ਨੇ ਤਰ੍ਹਾਂ ਦੀਆਂ ਚੀਜ਼ਾਂ ਵਾਰੋ ਵਾਰੀ ਪਰੋਸਣੀਆਂ, ਕਦੇ ਜੂਸ, ਚਾਹ, ਨਮਕੀਨ ਅਤੇ ਹਾਂ, ਮੇਰੇ ਪਸੰਦੀਦਾ ਬਿਸਕੁਟ ਤਾਂ ਆਂਟੀ ਪਹਿਲਾਂ ਹੀ ਡੱਬਾ ਭਰ ਕੇ ਲੈ ਆਉਂਦੀ। ਮੇਰੀ ਮਾਂ ਨੇ ਮੈਨੂੰ ਇੰਨੇ ਬਿਸਕੁਟ ਖਾਣ 'ਤੇ ਝਿੜਕਣਾ, ਪਰ ਆਂਟੀ ਨੇ ਕਦੇ ਨਾ ਨਹੀਂ ਸੀ ਕਹੀ। ਪਾਪਾ ਜੀ ਦੇ ਤੁਰ ਜਾਣ 'ਤੇ ਮੈਨੂੰ ਪਹਿਲੀ ਵਾਰ ਇੰਨੀ ਜ਼ਿਆਦਾ ਪੀੜ ਮਹਿਸੂਸ ਹੋ ਰਹੀ ਸੀ। ਜਦ ਮੈਂ ਆਂਟੀ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਤਾਂ ਇੰਝ ਲੱਗਿਆ ਕਿ ਆਂਟੀ ਨੇ ਮੈਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਘੁੱਟ ਕੇ ਗੱਲ ਨਾਲ ਲਾ ਲਿਆ ਹੋਵੇ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਂਟੀ ਨਾਲ ਕੀ ਗੱਲ ਕਰਾਂ। ਹੌਲੀ ਉਹਨਾਂ ਆਪ ਹੀ ਗੱਲ ਤੋਰ ਲਈ। ਕਹਿੰਦੀ, ਅਸੀਂ ਤੜਕੇ ਉੱਠ ਕੇ ਤੇਰੇ ਪਾਪਾ ਜੀ ਦੇ ਡਾਇਲਸਿਸ ਕਰਾਉਣ ਗਏ ਸੀ। ਉਹਨਾਂ ਬੋਲਦਿਆਂ ਕਿਹਾ, ਕੁਝ ਮਹੀਨਿਆਂ ਤੋਂ ਤਾਂ ਬਹੁਤ ਤੰਗ ਸੀ ਤੇਰਾ ਤਾਇਆ। ਅੰਤਲੇ ਸਮੇਂ 'ਚ ਤਾਂ ਆਕਸੀਜਨ ਲਾਏ ਬਿਨਾਂ ਸਾਹ ਹੀ ਨਹੀਂ ਸੀ ਆਉਂਦਾ। ਮੈਂ ਆਂਟੀ ਨੂੰ ਡਰਦਿਆਂ ਪੁੱਛਿਆ, ਆਂਟੀ ਤੁਸੀਂ ਪਾਪਾ ਜੀ ਦੇ ਨਾਲ ਹੀ ਸੀ ਨਾ ਸਾਰਾ ਟਾਈਮ? ਆਂਟੀ ਅੱਗਿਓਂ ਕਹਿੰਦੀ, ਹਾਂ ਮੈਂ ਨਾਲ ਸੀ। ਜਦ ਹਸਪਤਾਲ ਪਹੁੰਚੇ ਅਤੇ ਗੱਡੀ 'ਚੋਂ ਉਤਰਨ ਲੱਗੇ ਤਾਂ ਤੇਰੇ ਪਾਪਾ ਜੀ ਡਰਾਈਵਰ ਨੂੰ ਕਹਿੰਦੇ ਕਿ ਤੂੰ ਗੱਡੀ ਪਾਰਕ ਕਰ ਦੇ, ਫਿਰ ਅੰਦਰ ਚੱਲਦੇ ਹਾਂ। ਅਤੇ ਮੂਹਰਿਓਂ ਡਰਾਈਵਰ ਨੇ ਕਿਹਾ ਕਿ ਗੱਡੀ ਤਾਂ ਮੈਂ ਬਾਅਦ 'ਚ ਖੜ੍ਹਾ ਦਿਊਂ, ਪਹਿਲਾਂ ਤੁਹਾਨੂੰ ਅੰਦਰ ਛੱਡ ਆਵਾਂ। ਅੰਦਰ ਜਾ ਹੀ ਰਹੇ ਸੀ ਕਿ ਤੇਰੇ ਪਾਪਾ ਜੀ ਵੀਲ ਚੇਅਰ 'ਤੇ ਬੈਠੇ ਇੱਕ ਪਾਸੇ ਨੂੰ ਡਿੱਗ ਜੇ ਪਏ। ਡਾਕਟਰਾਂ ਨੇ ਭੱਜ ਕੇ ਫੜ ਕੇ ਝੱਟ ਦੇਣੀ ਬੈੱਡ 'ਤੇ ਪਾ ਦਿੱਤਾ ਅਤੇ ਸਾਰੀਆਂ ਮਸ਼ੀਨਾਂ ਵਗੈਰਾ ਲਾਈਆਂ। ਮੈਨੂੰ ਆਖਦੇ, ਤੁਸੀਂ ਕਮਰੇ 'ਚੋਂ ਬਾਹਰ ਚਲੇ ਜਾਓ। ਮੈਂ ਅੱਗਿਓਂ ਕਿਹਾ, ਮੈਂ ਰੋਂਦੀ ਨਹੀਂ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ, ਮੈਨੂੰ ਸਭ ਪਤਾ ਕੀ ਹੋ ਰਿਹਾ, ਪਰ ਮੈਂ ਇੱਥੇ ਹੀ ਰਹੂੰ। ਇੰਨੇ ਹੀ ਕਹਿੰਦੇ ਤੇਰੇ ਪਾਪਾ ਜੀ ਆਪਣੇ ਸਵਾਸ ਛੱਡ ਗਏ।
ਅਫਸੋਸ ਤਾਂ ਮੈਨੂੰ ਵੀ ਬਹੁਤ ਹੋ ਰਿਹਾ ਸੀ। ਹੋਵੇ ਵੀ ਕਿਉਂ ਨਾ, ਸਾਰਾ ਬਚਪਨ ਉਹਨਾਂ ਦੁਆਲੇ ਜੋ ਬਿਤਾਇਆ ਹੈ। ਮੈਂ ਫੇਰ ਵੀ ਆਂਟੀ ਨੂੰ ਹੌਸਲਾ ਦਿੰਦਿਆਂ ਕਿਹਾ, ਆਂਟੀ ਹੁਣ ਤੁਸੀਂ ਆਪਣਾ ਖਿਆਲ ਰੱਖਣਾ ਹੈ, ਰੋਟੀ ਪਾਣੀ ਸਮੇਂ ਸਿਰ ਖਾਇਓ ਅਤੇ ਤਕੜੇ ਰਹਿਣਾ। ਆਂਟੀ ਨੇ ਮੈਨੂੰ ਸਾਹਮਣਿਓਂ ਕਿਹਾ ਕਿ ਤੂੰ ਆਪਣਾ ਖਿਆਲ ਰੱਖੀ, ਮੈਨੂੰ ਕੀ ਹੋਣਾ, ਮੈਂ ਤਾਂ ਤਕੜੀ ਪਈ ਹਾਂ। ਇੰਨਾ ਸੁਣਦੇ ਹੀ ਮੇਰੀਆਂ ਅੱਖਾਂ ਮੂਹਰੇ ਜਿਉਂ ਇੱਕ ਸੁਪਨਾ ਜਿਹਾ ਚੱਲਣ ਲੱਗ ਪਿਆ। ਪਾਪਾ ਜੀ ਆਂਟੀ ਨੂੰ ਆਖਦੇ ਨੇ, ਛੱਡ ਮਨਪ੍ਰੀਤ ਕੁਰੇ ਇਹਨਾਂ ਕੰਮਾਂ ਨੂੰ, 2 ਘੜੀ ਮੇਰੇ ਕੋਲ ਆ ਕੇ ਬੈਠ ਜਾ, ਕੰਮ ਤਾਂ ਹੁੰਦੇ ਹੀ ਰਹਿਣੇ ਨੇ, ਖੌਰੇ ਮੈਂ ਕਿੰਨਾ ਕੁ ਹੋਰ ਸਮਾਂ ਹਾਂ ਤੇਰੇ ਕੋਲ। ਆਂਟੀ ਮੈਨੂੰ ਕਹਿੰਦੀ, ਫੇਰ ਪੁੱਤ ਅਸੀਂ ਦੋਹੇ ਜੀ ਇਕੱਲੇ ਬੈਠੇ ਪੁਰਾਣੇ ਸਮੇਂ ਨੂੰ ਯਾਦ ਕਰ ਲੈਂਦੇ। ਪਾਪਾ ਜੀ ਨੇ ਕਿਹਾ, ਦੇਖ ਮਨਪ੍ਰੀਤ ਕੁਰੇ ਕਿੰਨੀ ਰੌਣਕ ਹੁੰਦੀ ਸੀ ਆਪਣੇ ਵਿਹੜੇ, ਹੁਣ ਤਾਂ ਕਾਂ ਵੀ ਨਹੀਂ ਬੋਲਦੇ। ਕਿੰਨੇ ਨਿਆਣੇ ਖੇਡਿਆ ਕਰਦੇ ਸੀ ਆਪਣੇ ਦੁਆਲੇ, ਤੇ ਜਦੋਂ ਨਿਆਣਿਆਂ ਦੀ ਗੱਲ ਆਉਂਦੀ ਤਾਂ ਤੈਨੂੰ ਤੇ ਸਮਰੀਨ ਨੂੰ ਬਹੁਤ ਯਾਦ ਕਰਦੇ ਸੀ ਤੇਰੇ ਤਾਇਆ ਜੀ। ਅਖੀਰਲੇ ਸਮੇਂ ਮੈਨੂੰ ਕਹਿਣਾ ਕਿ ਚਾਬੀਆਂ ਸਾਂਭ ਕੇ ਜਿੰਦਰੇ ਕੁੰਡੇ ਧਿਆਨ ਨਾਲ ਲਾ ਲਿਆ ਕਰੀਂ, ਕਿ ਪਤਾ ਲੱਗੇ ਮੇਰੇ ਪਿੱਛੋਂ ਕਮਲੀ ਹੋਈ ਫਿਰੇ। ਤੇ ਫਿਰ ਕਹਿਣਾ, ਸਾਥ ਕਿਹੜਾ ਉਮਰਾਂ ਦੇ ਹੁੰਦੇ ਨੇ, ਜਾਣਾ ਤਾਂ ਸਭ ਨਹੀਂ ਹੈ, ਕਿਸੇ ਨੇ ਅੱਜ ਨਹੀਂ ਤਾਂ ਕੱਲ੍ਹ। ਇੰਨਾ ਕਹਿੰਦੀ ਦਾ ਆਂਟੀ ਦਾ ਗੱਚ ਭਰ ਆਇਆ, ਤੇ ਇਸ ਤੋਂ ਅੱਗੇ ਸਹੁੰ ਰੱਬ ਦੀ ਮੇਰੀ ਵੀ ਕੁਝ ਕਹਿਣ ਦੀ ਹਿੰਮਤ ਨਾ ਹੋਈ। ਜਦ ਮੈਂ ਫੋਨ ਵੱਲ ਦੇਖਿਆ ਤਾਂ ਬਹੁਤ ਚਿਰ ਪਹਿਲਾਂ ਹੀ ਕੱਟਿਆ ਗਿਆ ਸੀ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਪਾਪਾ ਜੀ ਦੇ ਜਾਣ ਤੋਂ 70 ਦਿਨ ਬਾਅਦ ਹੀ ਆਂਟੀ ਵੀ ਸਾਨੂੰ ਹਮੇਸ਼ਾ ਲਈ ਅਲਵਿਦਾ ਆਖ ਤੁਰ ਗਈ। ਉਸ ਵੇਲੇ ਕੈਨੇਡਾ ਵਿੱਚ ਰਾਤ ਸੀ ਤੇ ਮੈਨੂੰ ਪਤਾ ਨਹੀਂ ਕਿਉਂ ਅੱਚ ਵੀ ਜੀ ਲੱਗੀ ਹੋਈ ਸੀ। ਅਗਲੇ ਦਿਨ ਸਵੇਰੇ ਹੀ ਮੇਰੀ ਅਮਰੀਕਾ 'ਚ ਰਹਿੰਦੀ ਛੋਟੇ ਤਾਏ ਦੀ ਕੁੜੀ ਦਾ ਮੈਸੇਜ ਆਇਆ ਤੇ ਮੈਨੂੰ ਮੇਰੀਆਂ ਅੱਖਾਂ 'ਤੇ ਯਕੀਨ ਜਿਹਾ ਨਾ ਹੋਇਆ। ਮੈਂ ਝੱਟ ਉਹਨੂੰ ਫੋਨ ਲਾਇਆ ਤੇ ਉਸ ਤੋਂ ਰੋਂਦੀ ਤੋਂ ਕੁਝ ਬੋਲ ਕੇ ਵੀ ਨਾ ਦੱਸ ਹੋਇਆ। ਮੈਂ ਵੀ ਚੁੱਪ ਸੀ, ਆਖਰ ਬੋਲਦਾ ਵੀ ਕੀ। ਮੈਂ ਉਸਨੂੰ ਫਿਰ ਹੌਸਲਾ ਜਿਹਾ ਦੇ ਕੇ ਫੋਨ ਕੱਟ ਦਿੱਤਾ। ਸ਼ਾਮ ਨੂੰ ਘਰੇ ਗੱਲ ਕਰ ਲਈ। ਇੱਕ ਚੀਜ਼ ਮੈਂ ਲੰਮੇ ਸਮੇਂ ਤੱਕ ਕਿਸੇ ਨੂੰ ਵੀ ਨਹੀਂ ਸੀ ਦੱਸੀ ਕਿ ਜਿਸ ਦਿਨ ਆਂਟੀ ਪੂਰੀ ਹੋਈ ਸੀ, ਮੈਨੂੰ ਨੀਂਦ ਨਹੀਂ ਸੀ ਆ ਰਹੀ ਤਾਂ ਮੈਂ ਰਾਤ ਨੂੰ ਪਾਠ ਲਾ ਕੇ ਬੈਠਾ ਸੀ ਤੇ ਆਂਟੀ ਤੇ ਪਾਪਾ ਜੀ ਦੋਨੋਂ ਮੇਰੇ ਕਮਰੇ 'ਚ ਆਏ, ਮੇਰਾ ਹਾਲ ਚਾਲ ਪੁੱਛਿਆ। ਮੈਂ ਕਿਹਾ ਮੈਂ ਬਿਲਕੁਲ ਠੀਕ ਹਾਂ, ਕੰਮ ਕਾਰ ਤੇ ਪੜ੍ਹਾਈ ਵੀ ਵਧੀਆ ਚੱਲਦੀ ਹੈ। ਮੈਂ ਇਹ ਵੀ ਕਿਹਾ ਕਿ ਮੈਨੂੰ ਪਤਾ ਹੈ ਤੁਸੀਂ ਹੁਣ ਚੱਲੇ ਹੋ, ਆਪਣਾ ਖਿਆਲ ਰੱਖਿਓ। ਉਹਨਾਂ ਮੈਨੂੰ ਬਹੁਤ ਪਿਆਰ ਤੇ ਦੁਆਵਾਂ ਦਿੱਤੀਆਂ। ਮੈਂ ਕਿਹਾ ਕਿ ਹੁਣ ਆਖਰੀ ਅਲਵਿਦਾ ਕਹਿ ਰਹੇ ਹਾਂ, ਤੁਸੀਂ ਦੋਨਾਂ ਨੇ ਹੱਸਦੇ ਰਹਿਣਾ। ਤੇ ਫਿਰ ਉਹ ਦੋਨੋਂ ਮੈਨੂੰ ਹਮੇਸ਼ਾ ਲਈ ਅਲਵਿਦਾ ਆਖ ਚਲੇ ਗਏ ਤੇ ਮੁੜ ਵਾਪਸ ਨਾ ਆਏ। ਉਸ ਦਿਨ ਤੋਂ ਬਾਅਦ ਇੱਕ ਉਦਾਸੀ ਵਾਲੀ ਚੀਜ਼ ਮੇਰੇ ਅੰਦਰ ਘਰ ਕਰ ਗਈ। ਜਿਸ ਵਿਹੜੇ 'ਚ ਕਦੇ ਫੁੱਲਾਂ ਵਾਂਗ ਉੱਡਦੇ ਰਹੀਦਾ ਸੀ, ਅੱਜ ਉਸੇ ਵਿਹੜੇ ਤਾਏ ਜਰਨੈਲ ਤੇ ਤਾਈ ਮਨਪ੍ਰੀਤ ਦੀ ਮੌਤ ਤੋਂ ਬਾਅਦ ਅਫਸੋਸ ਕਰਨ ਨੂੰ ਵੀ ਨਾ ਮਿਲਿਆ। ਸਭ ਯਾਦਾਂ ਉਹਨਾਂ ਕੋਲਿਆਂ ਵਿੱਚ ਸਮਾ ਕੇ ਰਹਿ ਗਈਆਂ। ਪਾਪਾ ਜੀ ਅਤੇ ਆਂਟੀ ਦੀ ਮੌਤ ਮੇਰੇ ਦਿਲ ਅਤੇ ਜ਼ਿਹਨ ਨੂੰ ਬਹੁਤ ਭਾਰੀ ਕਰ ਗਈ ਤੇ ਮੈਨੂੰ ਦੱਸਣਾ ਵੀ ਨਹੀਂ ਆ ਰਿਹਾ ਕਿ ਕਿੰਨਾ ਕੁ ਭਾਰ ਲੈ ਕੇ ਅੱਜ ਮੈਂ ਇੱਥੇ ਬੈਠਾ ਇਹ ਕਹਾਣੀ ਲਿਖ ਰਿਹਾ ਹਾਂ।